खजाना मंत्री निर्मला सीतारमण ने इनकम टैक्स दे विच 8 साल बाद वड्डी राहत दित्ती है। जेकर तुसी अगले फाइनैंशियल ईयर यानी 2023-2024 ਦੇ ਲਈ ਨਵੀਂ ਟੈਕਸ ਰਜੀਮ ਚੁਣਦੇ ਹੋ ਤਾਂ ਟੈਕਸ ਰਿਬੇਟ ਦੀ ਲਿਮਿਟ 7 ਲੱਖ ਰੁਪਏ ਹੋ ਗਈ ਹੈ। ਪਹਿਲਾਂ ਇਹ 5 ਲੱਖ ਰੁਪਏ ਸੀ, ਪਰ ਤੁਹਾਡੀ ਇਨਕਮ 7 ਲੱਖ ਤੋਂ 1 ਰੁਪਏ ਵੀ ਜ਼ਿਆਦਾ ਹੋਈ ਤਾਂ ਤੁਸੀਂ ਟੈਕਸ ਦਾਇਰੇ ਦੇ ਵਿੱਚ ਆ ਜਾਵੋਗੇ। ਖਜ਼ਾਨਾ ਮੰਤਰੀ ਨੇ ਇਹ ਨਵੀਆਂ ਸਲੈਬਸ ਦਾ ਐਲਾਨ ਕੀਤਾ। New tax regime. Thus, persons in the new tax regime with income up to 7 lakhs will not have to pay any tax at all. The second proposal relates to middle class individuals. I had introduced in the year 2020 the new personal income tax regime with 6 income slabs starting from 2.5 lakh. I propose to change the tax structure in this regime by reducing the number of slabs to 5 and increasing the tax exemption limit to 3 lakhs. ਨਵੇਂ ਟੈਕਸ ਸਲੈਬ ਦੇ ਤਹਿਤ 3 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਫ੍ਰੀ ਹੋਵੇਗੀ। ਜੇਕਰ ਤੁਹਾਡੀ ਇਨਕਮ 7 ਲੱਖ ਰੁਪਏ ਤੱਕ ਹੈ ਤਾਂ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਏਗਾ, ਤੇ ਜੇਕਰ 7 ਲੱਖ ਤੋਂ ਜ਼ਿਆਦਾ ਹੈ ਤਾਂ ਫਿਰ 0 ਤੋਂ 3 ਲੱਖ ਤੱਕ 0% ਟੈਕਸ, 3 ਤੋਂ 6 ਲੱਖ ਤੱਕ 5% ਟੈਕਸ, 6 ਤੋਂ 9 ਲੱਖ ਤੱਕ 10% ਟੈਕਸ, 9 ਤੋਂ 12 ਲੱਖ ਤੱਕ 15% ਟੈਕਸ, 12 ਤੋਂ 15 ਲੱਖ ਤੱਕ 20% ਟੈਕਸ ਤੇ 15 ਲੱਖ ਤੋਂ ਜ਼ਿਆਦਾ 30% ਟੈਕਸ ਦੇਣਾ ਹੋਵੇਗਾ। ਤਾਂ ਜੇਕਰ ਤੁਸੀਂ ਇਨਕਮ ਟੈਕਸ ਭਰਦੇ ਹੋ ਤਾਂ ਫਿਰ ਸਿੱਧੀ ਰਾਹਤ ਤੁਹਾਡੇ ਤੱਕ ਪਹੁੰਚ ਸਕਦੀ ਹੈ, ਪਰ ਇਹ ਰਾਹਤ ਹੋਵੇਗੀ ਅਗਲੇ ਸਾਲ ਦੀ ਇਨਕਮ ਟੈਕਸ ਦੀ ਰਿਟਰਨ ਦੀ, ਕਿਉਂਕਿ ਜਿਹੜਾ ਪੂਰੀ ਰਜੀਮ ਹੈ, ਜਿਹੜੀ ਤੁਸੀਂ ਇਨਕਮ ਟੈਕਸ ਦੀ ਨਵੀਂ ਸਲੈਬ ਹੈ, ਉਹ ਅਗਲੇ ਸਾਲ ਦੇ ਲਈ ਹੋਏਗੀ। ਉਧਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ 5ਵੇਂ ਅਤੇ ਦੇਸ਼ ਦੇ 75ਵੇਂ ਬਜਟ ਦੇ ਵਿੱਚ ਕਈ ਹੋਰ ਵੱਡੇ ਐਲਾਨ ਵੀ ਕੀਤੇ। ਨਿਰਮਲਾ ਸੀਤਾਰਮਣ ਨੇ 1 ਘੰਟੇ 27 ਮਿੰਟ ਦੀ ਸਪੀਚ ਦੇ ਵਿੱਚ ਦੇਸ਼ ਨੂੰ ਭਰੋਸਾ ਦਿੱਤਾ ਕਿ ਅਰਥ ਵਿਵਸਥਾ ਸਹੀ ਰਾਹ ਦੇ ਉੱਤੇ ਹੈ ਅਤੇ ਚੰਗੇ ਭਵਿੱਖ ਦੇ ਵਾਲੇ ਪਾਸੇ ਵਧ ਰਹੀ ਹੈ। We envision a prosperous and inclusive India in which the fruits of development will reach all sections and citizens, especially our youth, women, farmers, OBCs, scheduled castes and scheduled tribes. Our current year's economic growth is estimated to be at 7%, heading towards a bright future. ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫਤ ਅਨਾਜ 1 ਸਾਲ ਹੋਰ ਮਿਲੇਗਾ। ਇਸ ਸਾਲ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਫੋਕਸ ਜ਼ਿਆਦਾ ਰਹੇਗਾ। ਰੇਲਵੇ ਦਾ ਬਜਟ 2,40,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਨਵੈਸਟਮੈਂਟ ਖਰਚ ਨੂੰ 33% ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਸੀਨੀਅਰ ਸਿਟੀਜ਼ਨਸ ਦੇ ਸੇਵਿੰਗਸ ਅਕਾਊਂਟਸ ਦੇ ਵਿੱਚ ਰੱਖੀ ਜਾਣ ਵਾਲੀ ਰਕਮ ਦੀ ਲਿਮਿਟ 4.5 ਲੱਖ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਜਾਵੇਗੀ। ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ਦੇ ਵਿੱਚ ਮਹਿਲਾਵਾਂ ਨੂੰ 2 ਲੱਖ ਰੁਪਏ ਦੀ ਬਚਤ ਦੇ ਉੱਤੇ ਸਾਲਾਨਾ 7.5% ਵਿਆਜ ਮਿਲੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਜਟ ਦੇ ਵਿੱਚ 66% ਵਾਧਾ ਹੋਇਆ ਹੈ। 2014 ਤੋਂ ਮੌਜੂਦਾ 157 ਮੈਡੀਕਲ ਕਾਲਜਸ ਦੇ ਨਾਲ 157 ਨਵੇਂ ਨਰਸਿੰਗ ਕਾਲਜ ਖੋਲੇ ਜਾਣਗੇ। 50 ਨਵੇਂ 에ਅਰਪੋਰਟ, ਹੈਲੀਪੈਡ ਅਤੇ ਵਾਟਰ ਐਰੋਡਰੋਨ ਸੈਂਟਰਸ ਬਣਨਗੇ। 5G ਸਰਵਿਸ ਦੇ ਉੱਤੇ ਚੱਲਣ ਵਾਲੇ ਐਪ ਡਿਵੈਲਪ ਕਰਨ ਦੇ ਲਈ ਇੰਜੀਨੀਅਰਿੰਗ ਸੰਸਥਾਨਾਂ ਦੇ ਵਿੱਚ 100 ਲੈਬਸ ਬਣਾਈਆਂ ਜਾਣਗੀਆਂ। ਇਹਨਾਂ ਲੈਬਸ ਦੇ ਜ਼ਰੀਏ ਨਵੇਂ ਮੌਕੇ, ਬਿਜ਼ਨਸ ਮਾਡਲ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਣਨਗੀਆਂ। ਵਿੱਚ ਬਹੁਤ ਸਾਰੇ ਐਲਾਨ ਨੇ ਤੇ ਇਸ ਵਿਚਾਲੇ ਇੰਤਜ਼ਾਰ ਆਮ ਲੋਕ ਕਰ ਰਹੇ ਨੇ, ਦੇਸ਼ ਵਾਸੀ, ਕਿ ਇਸ ਬਜਟ ਦੇ ਫਾਇਦੇ ਉਹਨਾਂ ਤੱਕ ਵੀ ਪਹੁੰਚਣ। ਕਦੋਂ ਪਹੁੰਚਣਗੇ, ਵੱਡਾ ਸਵਾਲ ਹੈ।